ਹਾਲੇਲੂਇਆ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਜੀ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਹਫ਼ਤੇ ਦਿਨ ਦੇ ਪਰਮੇਸ਼ਰ ਨੇ ਫਿਰ ਸਾਨੂੰ ਜਿਉਂਦੇ ਰੱਖਿਆ। ਅਤੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ। ਕਈ ਵਾਰ ਕੀ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਕਿ ਸਾਡੇ ਜਿਹੜੇ ਐਨਮੀ ਹੁੰਦੇ, ਸਾਡੇ ਦੁਸ਼ਮਣ ਹੁੰਦੇ ਆ, ਸਾਡੇ ਉੱਤੇ ਚੜ੍ਹਾਈ ਕਰਨ ਲੱਗ ਪੈਂਦੇ ਆ। ਇੱਕ ਇਨਸਾਨ ਦਾ ਦੁਸ਼ਮਣ ਸਰੀਰਕ ਤੌਰ 'ਤੇ ਵੀ ਹੋ ਸਕਦਾ ਅਤੇ ਆਤਮਿਕ ਤੌਰ 'ਤੇ ਵੀ ਹੈਗਾ ਆ। ਸਰੀਰਕ ਤੌਰ 'ਤੇ ਇਨਸਾਨ ਹੋ ਸਕਦਾ, ਪਰ ਆਤਮਿਕ ਤੌਰ 'ਤੇ ਅੰਧਕਾਰ ਦੀਆਂ ਸ਼ਕਤੀਆਂ ਉਸ ਦਾ ਪਿੱਛਾ ਕਰਦੀਆਂ ਹਨ ਅਤੇ ਉਸ ਨੂੰ ਮਾਰ ਗਿਰਾਉਣਾ ਚਾਹੁੰਦੀਆਂ ਹਨ। ਪਰ ਪਰਮੇਸ਼ਰ ਸਾਨੂੰ ਸਾਡੇ ਦੁਸ਼ਮਣਾਂ ਉੱਤੇ ਜਿੱਤ ਦਿੰਦਾ ਆ। ਹਾਲੇਲੂਇਆ। ਅਤੇ ਅਸੀਂ ਆਪਣੇ ਦੁਸ਼ਮਣਾਂ ਉੱਤੇ ਜਿੱਤ ਕਿਸ ਤਰ੍ਹਾਂ ਪਾ ਸਕਦੇ ਹਾਂ, ਅੱਜ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ। ਆ ਸਾਡੇ ਜਿਹੜੇ ਐਨਮੀ ਆ, ਚਾਹੇ ਇਨਸਾਨ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਸਰੀਰ ਦੇ ਵਿੱਚ ਹੈ, ਚਾਹੇ ਉਹ ਈਵਲ ਸਪਿਰਿਟ ਹੈ, ਚਾਹੇ ਦੁਸ਼ਟ ਆਤਮਾ ਆ, ਚਾਹੇ ਉਹ ਕੋਈ ਇਨਸਾਨ ਹੈ, ਕੋਈ ਵੀ ਪ੍ਰਸਥਿਤੀ ਆ, ਸਾਡਾ ਦੁਸ਼ਮਣ ਚਾਹੇ ਕੋਈ ਵੀ ਆ, ਸਾਡਾ ਐਨਮੀ ਚਾਹੇ ਕੋਈ ਵੀ ਆ, ਅਸੀਂ ਉਸ ਉੱਤੇ ਜਿੱਤ ਕਿਸ ਤਰ੍ਹਾਂ ਪਾ ਸਕਦੇ ਹਾਂ। ਅੱਜ ਬਾਈਬਲ ਦੇ ਵਚਨ ਦੇ ਵਿੱਚੋਂ ਅਸੀਂ ਵੀ ਦੇਖਾਂਗੇ ਪਰਮੇਸ਼ਰ ਨੇ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ, ਉਹਨਾਂ ਦੇ ਐਨਮੀਆਂ ਤੋਂ ਪਰਮੇਸ਼ਰ ਨੇ ਛੁਡਾਇਆ, ਕਿਸ ਤਰ੍ਹਾਂ ਉਹਨਾਂ ਨੂੰ ਦੁਸ਼ਟ ਆਤਮਾ ਤੋਂ ਛੁਡਾਇਆ। ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਆਏ ਤਾਂ ਉਹ ਕੁਚਲਿਆਂ ਹੋਇਆਂ ਨੂੰ ਛੁਡਾਉਣ ਦੇ ਲਈ, ਬੰਦੀਆਂ ਨੂੰ ਰਿਹਾ ਕਰਨ ਦੇ ਲਈ ਆਏ ਆ। ਹਾਲੇਲੂਇਆ। ਅਗਰ ਅਸੀਂ ਵੀ ਬੰਦੀ ਹਾਂ, ਅਸੀਂ ਵੀ ਕਿਸੇ ਬੰਧਨ ਦੇ ਵਿੱਚ ਫਸੇ ਹੋਏ ਹਾਂ, ਚਾਹੇ ਉਹ ਕਿਸੇ ਇਨਸਾਨ ਦੇ ਬੰਧਨ ਦੇ ਵਿੱਚ ਆ, ਚਾਹੇ ਅਸੀਂ ਦੁਸ਼ਟ ਆਤਮਾ ਦੇ ਬੰਧਨ ਦੇ ਵਿੱਚ ਆ, ਚਾਹੇ ਅਸੀਂ ਕਿਸੇ ਵੀ ਬੰਧਨ ਦੇ ਵਿੱਚ ਆ, ਸਾਡਾ ਦੁਸ਼ਮਣ, ਅਸੀਂ ਆਪਣੇ ਦੁਸ਼ਮਣ ਤੋਂ ਛੁੱਟ ਨਹੀਂ ਰਹੇ। ਅਸੀਂ ਕਿਸ ਤਰ੍ਹਾਂ ਛੁੱਟ ਸਕਦੇ ਹਾਂ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪ੍ਰਭੂ ਯਿਸੂ ਮਸੀਹ ਸਾਨੂੰ ਆਪਣੇ ਲਹੂ ਦੇ ਦੁਆਰਾ ਖਰੀਦ ਚੁੱਕਾ ਆ, ਸਾਨੂੰ ਮੁੱਲ ਲੈ ਚੁੱਕਾ ਆਪਣੇ ਲਹੂ ਦੇ ਦੁਆਰਾ, ਅਤੇ ਅਸੀਂ ਉਸ ਦੇ ਲਹੂ ਦੇ ਦੁਆਰਾ ਖਰੀਦੇ ਗਏ ਹਾਂ ਅਤੇ ਛੁਡਾਏ ਗਏ ਹਾਂ ਅਤੇ ਆਜ਼ਾਦ ਕੀਤੇ ਗਏ ਹਾਂ। ਅਤੇ ਫਿਰ ਵੀ ਕਈ ਵਾਰ ਕੀ ਹੁੰਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲੈਂਦਾ ਆ, ਉਹ ਇਹਨਾਂ ਗੱਲਾਂ ਨੂੰ ਤਾਂ ਜਾਣਦਾ ਕਿ ਅਸੀਂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਖਰੀਦੇ ਗਏ ਹਾਂ, ਛੁਡਾਏ ਗਏ ਹਾਂ, ਪਰ ਉਹ ਕਿਤੇ ਨਾ ਕਿਤੇ ਫਸਿਆ ਹੁੰਦਾ, ਪਰ ਪੂਰਨ ਰੀਤੀ ਦੇ ਨਾਲ ਉਹ ਛੁੱਟਿਆ ਨਹੀਂ ਹੁੰਦਾ। ਹਾਲੇਲੂਇਆ। ਪਰ ਅਸੀਂ ਕਿਸ ਤਰ੍ਹਾਂ ਛੁੱਟ ਸਕਦੇ ਹਾਂ। ਅਸੀਂ ਬਾਈਬਲ ਦੇ ਵਿੱਚੋਂ ਮੈਂ ਤੁਹਾਡੇ ਲਈ ਇੱਕ ਵਚਨ ਪੜ੍ਹਾਂਗਾ। ਜ਼ਕਰਿਆ ਦੀ ਕਿਤਾਬ, ਉਸ ਦਾ 4 ਅਧਿਆਏ, ਉਹਦੀ 6 ਆਇਤ ਵਿੱਚ ਲਿਖਿਆ ਵਾ, ਪਰਮੇਸ਼ਰ ਨੇ ਕਿਹਾ, ਨਾ ਤੋ ਬਲ ਸੇ ਨਾ ਸ਼ਕਤੀ ਸੇ ਪਰੰਤੂ ਮੇਰੀ ਆਤਮਾ ਕੇ ਦੁਆਰਾ ਹੋਗਾ। ਹਾਲੇਲੂਇਆ। ਅਸੀਂ ਕਈ ਵਾਰ ਛੁੱਟਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਬਲ ਤੋਂ, ਆਪਣੀ ਸ਼ਕਤੀ ਤੋਂ, ਆਪਣੀ ਸਰੀਰਕ ਬਲ ਤੋਂ, ਆਪਣੇ ਪੈਸੇ ਦੀ ਪਾਵਰ ਤੋਂ, ਜਾਂ ਕਿਸੇ ਨਾ ਕਿਸੇ ਜਿੰਨਾ ਅਸੀਂ ਜ਼ੋਰ ਲਾਉਂਦੇ ਹਾਂ, ਆਪਣੇ ਛੁਡਾਉਣ ਨੂੰ ਜੋ ਕੋਸ਼ਿਸ਼ ਕਰ ਸਕਦੇ ਹਾਂ, ਜਿੰਨਾ ਜ਼ੋਰ ਲਾ ਸਕਦੇ ਹਾਂ ਉਨਾ ਅਸੀਂ ਲਾਉਂਦੇ ਹਾਂ ਕਿ ਅਸੀਂ ਛੁਡਾਏ ਜਾਈਏ। ਪਰ ਪਰਮੇਸ਼ਰ ਕਹਿੰਦਾ ਨਾ ਤੋ ਬਲ ਸੇ, ਪਰਮੇਸ਼ਰ ਦਾ ਵਚਨ ਕਹਿੰਦਾ ਤੇਰੇ ਬਲ ਦੇ ਨਾਲ ਕੁਝ ਨਹੀਂ ਹੋ ਸਕਦਾ, ਨਾ ਸ਼ਕਤੀ ਤੇ, ਨਾ ਤੇਰੀ ਸ਼ਕਤੀ ਦੇ ਨਾਲ ਕੁਝ ਹੋ ਸਕਦਾ ਆ, ਨਾ ਤੇਰੇ ਪੈਸੇ ਦੇ ਨਾਲ ਕੁਝ ਹੋ ਸਕਦਾ, ਨਾ ਤੇਰੇ ਧਨ ਦੌਲਤ ਦੇ ਨਾਲ ਕੁਝ ਹੋ ਸਕਦਾ। ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਕਿ ਉਹਨਾਂ ਦੀਆਂ ਕਿਡਨੀਆਂ ਜਾਂ ਫੇਫੜੇ ਖਰਾਬ ਹੋ ਜਾਂਦੇ ਆ, ਉਹ ਪੈਸਾ ਵੀ ਲਾਉਂਦੇ ਆ ਪਰ ਉਹ ਬਚ ਨਹੀਂ ਪਾਉਂਦੇ। ਕਾਰਨ ਕੀ ਆ? ਪਰਮੇਸ਼ਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਜਦੋਂ ਅਸੀਂ ਸੰਸਾਰ ਦੇ ਵਿੱਚ ਸੁਣਦੇ ਹਾਂ ਕਿ ਅਸੀਂ ਪੈਸੇ ਦੀ ਪਾਵਰ ਦੇ ਨਾਲ, ਅਸੀਂ ਜ਼ਮੀਨ ਦੀ ਪਾਵਰ ਦੇ ਨਾਲ, ਚਾਹੇ ਸਾਡੇ ਕੋਲ ਕੁਝ ਵੀ ਪਾਵਰ ਹੈ, ਸਰੀਰ ਦੀ ਪਾਵਰ ਹੈ, ਪਰਮੇਸ਼ਰ ਜਦੋਂ ਤੱਕ ਸਾਨੂੰ, ਪਰਮੇਸ਼ਰ ਕਹਿੰਦਾ ਨਾ ਤੋ ਬਲ ਸੇ, ਸਾਡੇ ਬਲ ਦੇ ਨਾਲ ਕੁਝ ਨਹੀਂ ਹੋ ਸਕਦਾ, ਸਾਡੀ ਤਾਕਤ ਦੇ ਨਾਲ ਕੁਝ ਨਹੀਂ ਹੋ ਸਕਦਾ, ਸਾਡੇ ਪੈਸੇ ਦੇ ਨਾਲ ਕੁਝ ਨਹੀਂ ਹੋ ਸਕਦਾ, ਸਾਡੇ ਭਰੋਸੇ, ਜੇ ਕਿਸੇ ਅਸੀਂ ਇਨਸਾਨ 'ਤੇ ਭਰੋਸਾ ਰੱਖਦੇ ਹਾਂ ਕਿ ਉਹ ਇਨਸਾਨ ਸਾਡੀ ਮਦਦ ਕਰੇਗਾ, ਸਾਨੂੰ ਛੁਡਾਏਗਾ, ਨਹੀਂ। ਪਰਮੇਸ਼ਰ ਕਹਿੰਦਾ ਨਾ ਤੋ ਬਲ ਸੇ ਨਾ ਸ਼ਕਤੀ ਸੇ। ਕਿਹਦੇ ਦੁਆਰਾ ਹੋ ਸਕਦਾ? ਨਾ ਤਾਂ ਸਾਡੇ ਬਲ ਦੇ ਦੁਆਰਾ ਹੋਏਗਾ, ਨਾ ਸ਼ਕਤੀ ਦੇ ਦੁਆਰਾ ਹੋਏਗਾ। ਫਿਰ ਪਰਮੇਸ਼ਰ ਦਾ ਵਚਨ ਕਹਿੰਦਾ ਪਰੰਤੂ ਮੇਰੇ ਆਤਮਾ ਕੇ ਦੁਆਰਾ ਹੋਗਾ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੇਰੇ ਆਤਮਾ ਦੇ ਦੁਆਰਾ। ਪਰਮੇਸ਼ਰ ਆਪਣੇ ਆਪ ਨੂੰ ਕਹਿ ਰਿਹਾ ਮੇਰੇ ਆਤਮਾ ਦੇ ਦੁਆਰਾ। ਜੋ ਇਨਸਾਨ ਦੁਨੀਆ ਦੀ ਵਸਤੂਆਂ ਦੇ ਨਾਲ ਨਹੀਂ, ਪੈਸੇ ਦੇ ਨਾਲ ਨਹੀਂ, ਜ਼ਮੀਨ ਦੇ ਨਾਲ ਨਹੀਂ ਕਰ ਸਕਦਾ, ਉਹ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਕਰ ਸਕਦਾ ਆ। ਹਾਲੇਲੂਇਆ। ਚਾਹੇ ਤੁਹਾਡਾ ਜਿਹੜਾ ਦੁਸ਼ਮਣ ਹੈ ਉਸ ਤੋਂ ਉੱਤੇ ਕਿਸ ਤਰ੍ਹਾਂ ਅਸੀਂ ਫਤਿਹ ਪਾ ਸਕਦੇ ਹਾਂ, ਅਸੀਂ ਆਪਣੀ ਤਾਕਤ ਦੇ ਨਾਲ ਨਹੀਂ। ਪਰਮੇਸ਼ਰ ਕਹਿੰਦਾ ਮੇਰੀ ਆਤਮਾ ਦੇ ਦੁਆਰਾ। ਮੇਰੀ ਆਤਮਾ ਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਉਹ ਆਤਮਾ ਜੋ ਸਾਨੂੰ ਬਿਆਨੇ ਦੇ ਰੂਪ ਦੇ ਵਿੱਚ ਦਿੱਤਾ ਗਿਆ, ਪਵਿੱਤਰ ਆਤਮਾ। ਹਾਲੇਲੂਇਆ। ਪਵਿੱਤਰ ਆਤਮਾ ਜਦੋਂ ਸਾਡੇ ਉੱਤੇ ਆਏਗਾ, ਸਾਡੇ ਅੰਦਰ ਆ ਕੇ ਰਹੇਗਾ, ਤਾਂ ਜਦੋਂ ਸਾਡੇ ਅੰਦਰ ਪਵਿੱਤਰ ਆਤਮਾ ਰਹੇਗਾ, ਫਿਰ ਜਿਹੜਾ ਸਾਡਾ ਐਨਮੀ ਆ ਉਹ ਸਾਡੇ ਉੱਤੇ ਚੜ੍ਹਾਈ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਜੋ ਸੰਸਾਰ ਦੇ ਵਿੱਚ ਹੈ ਉਸ ਨਾਲੋਂ ਵੱਡਾ ਤੁਹਾਡੇ ਅੰਦਰ ਹੈ। ਹਾਲੇਲੂਇਆ। ਸੰਸਾਰ ਦੇ ਵਿੱਚ ਕੀ ਆ? ਸ਼ੈਤਾਨ ਹੈ, ਸ਼ੈਤਾਨ ਦੇ ਐਂਜਲਸ ਹੈ, ਸੰਸਾਰ ਦੀ ਸ਼ਕਤੀ ਆ,
ਇਨਸਾਨ ਦੀ ਪਾਵਰ ਹੈ। ਪਰ ਪਰਮੇਸ਼ਰ ਕਹਿੰਦਾ ਇਹਨਾਂ ਸਾਰੀਆਂ ਦੁਨਿਆਵੀ ਪਾਵਰਾਂ ਦੇ ਨਾਲੋਂ ਜੋ ਸਾਰੀ ਦੁਨੀਆ ਦੀ ਪਾਵਰ ਦੇ ਨਾਲੋਂ ਵੱਡਾ ਕੌਣ ਹੈ? ਪਰਮੇਸ਼ਰ। ਸਾਰੀ ਦੁਨੀਆ ਦੇ ਪਾਵਰ ਨਾਲੋਂ ਕਹਿੰਦਾ ਉਹ ਮੈਂ ਤੇਰੇ ਅੰਦਰ ਹੈ। ਹਾਲੇਲੂਇਆ। ਪਰਮੇਸ਼ਰ ਤੁਹਾਡੇ ਜਦੋਂ ਅੰਦਰ ਹੋਏਗਾ ਤਾਂ ਤੁਸੀਂ ਆਪਣੇ ਦੁਸ਼ਮਣ ਉੱਤੇ ਵਿਕਟਰੀ ਪਾਓਗੇ। ਹਾਲੇਲੂਇਆ। ਜਿੱਤ ਪਾਓਗੇ ਆਪਣੇ ਦੁਸ਼ਮਣ ਉੱਤੇ। ਕਿਸ ਤਰ੍ਹਾਂ ਪਾ ਸਕਦੇ ਹਾਂ? ਪਰਮੇਸ਼ਰ ਨੂੰ ਗ੍ਰਹਿਣ ਕਰਕੇ, ਉਸ ਦੀ ਆਤਮਾ ਨੂੰ ਗ੍ਰਹਿਣ ਕਰਕੇ। परमेश्वर का वचन है ना तो बल से ना शक्ति से परंतु मेरी आत्मा के द्वारा होगा। हालेलुया। जदों परमेश्वर का आत्मा आएगा उदों तुसीं छुड़ाए जाओगे। आमीन। जदों परमेश्वर का आत्मा आउंदा आ तुसीं जित जांदे आ, तुहाडे दुश्मन हार जांदे आ। तुहाडे बाइबल कहंदी आ तुहाडे दुश्मन आणगे, ਉਹ ਇੱਕ ਮਾਰਗ ਤੋਂ ਆਣਗੇ ਇਕੱਠੇ ਹੋ ਕੇ। ਬਹੁਤ ਸਾਰੇ ਹੋ ਸਕਦੇ ਗਿਣਤੀ ਦੇ ਵਿੱਚ, ਪਰ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਆਣਗੇ। ਪਰਮੇਸ਼ਰ ਦਾ ਮਨਾ ਨਹੀਂ ਕਰਦਾ ਹੈਗਾ ਕਿ ਨਹੀਂ ਆਣਗੇ। ਇੱਕ ਮਾਰਗ ਤੋਂ ਆਣਗੇ, ਪਰ ਉਹ 7 ਮਾਰਗਾਂ ਤੋਂ ਬਾਹਰ ਜਾਣਗੇ। 7 ਮਾਰਗ ਦਾ ਮਤਲਬ ਕੀ ਆ? ਇੱਕ ਮਾਰਗ ਤੋਂ ਇਕੱਠੇ ਹੋ ਕੇ ਆਣਗੇ, ਉਹ ਝੁੰਡ ਆਏਗਾ, ਪਰ ਪਰਮੇਸ਼ਰ ਕਹਿੰਦਾ ਉਹ ਝੁੰਡ ਦੇ ਵਿੱਚ ਹੀ ਮੈਂ ਇੱਦਾਂ ਦਾ ਖਲਾਰਾ ਪਾਊਂਗਾ, ਉਹਨਾਂ ਦੇ ਵਿੱਚ ਆਪਸ ਵਿੱਚ ਹੀ ਏਕਤਾ ਨਹੀਂ ਰਹੇਗੀ। ਉਹ ਭੱਜਣਗੇ, ਕੋਈ ਕਿਸੇ ਰਸਤੇ ਭੱਜਣਗਾ, ਕੋਈ ਕੰਧਾ ਟੱਪ ਕੇ ਭੱਜੇਗਾ ਕਿ ਕਿੱਥੇ ਅਸੀਂ ਫਸ ਗਏ, ਕਿਸੇ ਇਨਸਾਨ ਦੇ ਨਾਲ ਪੰਗਾ ਲੈ ਲਿਆ। ਜਦੋਂ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਹੋਏਗਾ ਤਾਂ ਤੁਸੀਂ ਛੁਡਾਏ ਜਾਂਦੇ ਆ। ਆਮੀਨ। ਆਓ ਅਸੀਂ ਜਲਦੀ ਦੇ ਨਾਲ ਇੱਕ ਕਹਾਣੀ ਨੂੰ ਪੜ੍ਹਾਂਗੇ ਬਾਈਬਲ ਦੇ ਵਿੱਚੋਂ। ਜਦੋਂ ਅਸੀਂ ਨਿਆਂਇਆਂ ਦੀ ਕਿਤਾਬ ਪੜ੍ਹਦੇ ਹਾਂ ਤਾਂ ਉੱਥੇ ਇੱਕ ਗਿਦੌਨ ਨਾਮ ਦੇ ਇਨਸਾਨ ਦਾ ਜ਼ਿਕਰ ਹੁੰਦਾ, ਪਰਮੇਸ਼ਰ ਦਾ ਸੇਵਕ ਦਾ ਜ਼ਿਕਰ ਹੁੰਦਾ, ਗਿਦੌਨ। ਹਾਲੇਲੂਇਆ। ਜਿਹੜਾ ਗਿਦੌਨ ਹੁੰਦਾ ਉਹ ਕੀ ਹੁੰਦਾ? ਜਦੋਂ ਇਸਰਾਇਲੀ ਮਿਸਰ ਦੀ ਗੁਲਾਮੀ ਦੇ ਵਿੱਚੋਂ ਨਿਕਲਦੇ ਆ ਤਾਂ ਉਹਨਾਂ ਨੂੰ ਇੱਕ ਸਾਹਮਣਾ ਕਰਨਾ ਪੈਂਦਾ ਆ। ਉਹ ਰਸਤੇ ਦੇ ਵਿੱਚ ਉਹਨਾਂ ਨੂੰ ਮਿਦਿਆਨੀ ਲੋਕਾਂ ਦੇ ਨਾਲ ਕੀ ਕਰਨਾ ਪੈਂਦਾ ਆ? ਯੁੱਧ ਕਰਨਾ ਪੈਂਦਾ ਆ। ਹਾਲੇਲੂਇਆ। ਜਦੋਂ ਰਸਤੇ ਦੇ ਵਿੱਚ ਹੁੰਦੇ ਉਹਨਾਂ ਨੂੰ ਯੁੱਧ ਕਰਨਾ ਪੈਂਦਾ ਆ। ਗਿਦੌਨ ਤੇ ਜਦੋਂ ਮਦੀਆਨੀ ਲੋਕਾਂ ਦੇ ਨਾਲ ਯੁੱਧ ਕਰਦਾ, ਇਹ ਜਦੋਂ ਅਸੀਂ ਨਿਆਂਇਆਂ ਦੀ ਕਿਤਾਬ ਉਸ ਦਾ 7ਵਾਂ ਅਧਿਆਇ ਪੜ੍ਹਦੇ ਹਾਂ ਉੱਥੇ ਸਟੋਰੀ ਮਿਲਦੀ ਆ। ਤੇ ਜਦੋਂ ਜਿਹੜਾ ਗਿਦੌਨ ਹੈ ਉਹ ਮਦੀਆਨੀ ਲੋਕਾਂ ਦੇ ਨਾਲ ਲੜਨ ਦੇ ਲਈ ਜਾਂਦਾ ਤਾਂ ਪਰਮੇਸ਼ਰ ਉਸ ਨੂੰ ਕੀ ਕਹਿੰਦਾ? ਆਓ ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ। ਪ੍ਰਭੂ ਨੇ ਗਿਦੌਨ ਨੂੰ ਕਿਹਾ, ਤੇਰੇ ਨਾਲ ਬਹੁਤ ਸਾਰੇ ਲੋਕ ਹਨ, ਜੇਕਰ ਮੈਂ ਇਹਨਾਂ ਦੇ ਹੁੰਦਿਆਂ ਹੋਇਆਂ ਮਦੀਆਨੀ ਲੋਕਾਂ ਨੂੰ ਤੇਰੇ ਹੱਥੀਂ ਸੌਂਪਾਂਗਾ ਤਾਂ ਇਹ ਸੋਚਣਗੇ ਕਿ ਅਸੀਂ ਆਪਣੇ ਹੀ ਬਲ ਨਾਲ ਜਿੱਤ ਪ੍ਰਾਪਤ ਕੀਤੀ ਹੈ। ਜਿਹੜਾ ਗਿਦੌਨ ਹੈ ਉਹ ਆਪਣੇ ਦੁਸ਼ਮਣਾਂ ਉੱਤੇ ਚੜ੍ਹਾਈ ਕਰ ਰਿਹਾ ਆ। ਜਿਹੜੇ ਗਿਦੌਨ ਹੈ ਉਹ ਪਰਮੇਸ਼ਰ ਦਾ ਇਨਸਾਨ ਹੈ, ਪਰਮੇਸ਼ਰ ਦਾ ਜਨ ਹੈ, ਤੇ ਉਸ ਪਰਮੇਸ਼ਰ ਦੇ ਜਨ ਦੇ ਨਾਲ ਕੀ ਹੋ ਰਿਹਾ ਆ? ਉਹਨਾਂ ਦਾ ਰਸਤਾ ਨਹੀਂ ਛੱਡ ਰਹੇ ਤੇ ਉਹਨਾਂ ਨੇ ਇੱਕ ਚੜ੍ਹਾਈ ਕਰਨੀ ਹੈ। ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਚੜ੍ਹਾਈ ਕਰ ਰਿਹਾ। ਤਾਂ ਪਰਮੇਸ਼ਰ ਦਾ ਜਿਹੜਾ ਸੇਵਕ ਹੈ ਗਿਦੌਨ ਹੈ ਉਹ 32,000 ਆਪਣੇ ਸੈਨਿਕ ਲੈ ਕੇ ਨਿਕਲਿਆ। ਪਰ ਪਰਮੇਸ਼ਰ ਨੇ ਕੀ ਕਿਹਾ? ਕਹਿੰਦਾ ਤੇਰੇ ਨਾਲ ਬਹੁਤ ਸਾਰੇ ਲੋਕ ਹੈ। ਕਹਿੰਦਾ ਇਹਨਾਂ ਹੁੰਦਿਆਂ ਦੇ ਹੋਏ ਇਹਨਾਂ ਨੂੰ ਕੀ ਕਰ, ਇਹ ਤੇਰੇ ਨਾਲ ਬਹੁਤ ਸਾਰੇ ਲੋਕ ਆ, ਜੇਕਰ ਕਹਿੰਦਾ ਮੈਂ ਇਹਨਾਂ ਦੇ ਹੁੰਦਿਆਂ ਹੋਇਆਂ ਜਿਹੜੇ ਮਦੀਆਨੀ ਲੋਕ ਆ ਤੇਰੇ ਦੁਸ਼ਮਣ ਆ ਉਹਨਾਂ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪਾਂਗਾ, ਉਹਨਾਂ ਨੂੰ ਤੇਰੇ ਪੈਰਾਂ ਦੇ ਵਿੱਚ ਗਿਰਾਵਾਂਗਾ। ਕਹਿੰਦਾ ਇਹ ਲੋਕ ਕੀ ਹੋਣਗੇ? 32,000 ਜਿਹੜੇ ਤੇਰੇ ਨਾਲ ਦੇ ਆ ਸੋਚਣਗੇ ਕਿ ਅਸੀਂ ਗਿਣਤੀ ਦੇ ਵਿੱਚ ਜ਼ਿਆਦੇ ਆ, ਸਾਡੀ ਚੰਗੀ ਤੰਦਰੁਸਤ ਸਿਹਤ ਹੈ, ਇਸ ਕਰਕੇ ਅਸੀਂ ਜਿੱਤੇ ਆ। ਪਰਮੇਸ਼ਰ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਕਰਨ ਦੇਣਾ ਹੈਗਾ। ਪਰਮੇਸ਼ਰ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਣਾ। ਤੂੰ ਕੀ ਕਰ, ਇਹਨਾਂ ਲੋਕਾਂ ਨੂੰ ਕੀ ਕਰ, ਇਸ ਪ੍ਰਚਾਰ ਕਰ ਕਿ ਜਿਹੜੇ ਲੋਕ ਇਹਨਾਂ ਦੇ ਵਿੱਚੋਂ ਡਰਦੇ ਆ, ਘਬਰਾਉਂਦੇ ਆ, ਉਹ ਕੀ ਕਰਨ? ਆਪਣੇ ਨਗਰ ਨੂੰ ਲੌਟ ਜਾਣ, ਆਪਣੇ ਡੇਰਿਆਂ ਦੇ ਵਿੱਚ ਵਾਪਸ ਚਲੇ ਜਾਣ। ਤਾਂ ਪਰਮੇਸ਼ਰ ਨੇ ਉਸ ਨੂੰ ਕੀ ਕਿਹਾ? 3 ਆਇਤ ਪੜ੍ਹਾਂਗੇ। ਇਸ ਲਈ ਜੇਕਰ ਆਪਣੇ ਆਦਮੀਆਂ ਸਾਹਮਣੇ ਐਲਾਨ ਕਰ, ਜੇਕਰ ਕੋਈ ਡਰ ਰਿਹਾ ਹੈ ਉਹ ਵਾਪਸ ਜਾ ਸਕਦਾ ਹੈ, ਅਸੀਂ ਬਾਕੀ ਦੇ ਗਲਿਆਦ ਪਹਾੜ ਉੱਤੇ ਹੀ ਰਹਾਂਗੇ। ਇਸ ਲਈ 22,000 ਆਦਮੀ ਵਾਪਸ ਮੁੜ ਗਏ ਤੇ 32,000 ਦੇ ਵਿੱਚੋਂ 22,000 ਵਾਪਸ ਮੁੜ ਗਏ ਤੇ ਪਿੱਛੇ 10,000 ਹੀ ਰਹਿ ਗਏ। ਪ੍ਰਭੂ ਨੇ ਗਿਦੌਨ ਨੂੰ ਫਿਰ ਕਿਹਾ, ਪਰਮੇਸ਼ਰ ਕਹਿੰਦਾ ਇਹ 10,000 ਵੀ ਤੇਰੇ ਨਾਲ ਬਹੁਤ ਹੈ, ਜਿਹੜੇ 10,000 ਪਿੱਛੇ ਰਹਿ ਗਏ ਸੀਗੇ। ਪਰਮੇਸ਼ਰ ਕਹਿੰਦਾ ਇਹ ਵੀ ਬਹੁਤ ਜ਼ਿਆਦੇ ਆ, ਕੀ ਕਰ, ਇਹਨਾਂ ਦੀ ਵੀ ਮੈਂ ਟੈਸਟਿੰਗ ਲੈਣਾ ਚਾਹੁੰਦਾ, ਇਹ ਪ੍ਰੀਖਿਆ ਦੇ ਮੈਂ ਇਹਨਾਂ ਦੀ ਇਮਤਿਹਾਨ ਲੈਣਾ ਚਾਹੁੰਦਾ ਆ। ਤੂੰ ਕੀ ਕਰ, ਇਹਨਾਂ ਨੂੰ ਇੱਕ ਚਸ਼ਮੇ ਦੇ ਕੋਲ ਲੈ ਚੱਲ, ਪਾਣੀ ਦੇ ਕੋਲ ਲੈ ਚੱਲ ਤੇ ਮੈਂ ਉੱਥੇ ਇਹਨਾਂ ਦੀ ਪ੍ਰੀਖਿਆ ਲਾਵਾਂਗਾ। ਹਾਲੇਲੂਇਆ। ਤਾਂ ਗਿਦੌਨ ਜਿਹੜਾ ਆ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਉਸੇ ਤਰ੍ਹਾਂ ਕਰਦਾ ਆ। ਹਾਲੇਲੂਇਆ। ਜਦੋਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦਾ ਪਰਮੇਸ਼ਰ ਕੀ ਕਹਿੰਦਾ ਕਿ ਤੂੰ ਕਰ, ਇਹਨਾਂ ਨੂੰ ਕੀ ਕਰ, ਇੱਕ ਨਦੀ ਦੇ ਕੋਲ ਲੈ ਚੱਲ, ਜਿੱਥੇ ਪਾਣੀ ਆ, ਪਾਣੀ ਦਾ ਚਸ਼ਮਾ ਆ, ਉੱਥੇ ਲੈ ਚੱਲ। ਕੀ ਕਰ ਕਿ ਜਦੋਂ ਇਹ ਪਾਣੀ, ਪਰਮੇਸ਼ਰ ਕਹਿੰਦਾ ਜਦੋਂ ਪਾਣੀ ਪੀਣਗੇ, ਜਿਨ੍ਹਾਂ ਨੂੰ ਮੈਂ ਵਿੱਚੋਂ ਸਿਲੈਕਟ ਕਰਾਂਗਾ ਉਹਨਾਂ ਨੂੰ ਤੂੰ ਆਪਣੇ ਨਾਲ ਲੈ ਕੇ ਜਾਈਂ। ਹਾਲੇਲੂਇਆ। ਤਾਂ ਜਦੋਂ 10,000 ਇਨਸਾਨ ਪਾਣੀ ਪੀਣ ਦੇ ਲਈ ਗਏ ਤੇ ਬਹੁਤ ਸਾਰਿਆਂ ਨੇ ਕੀ ਕੀਤਾ?
ਪਾਣੀ ਨੂੰ ਆਪਣੇ ਹਥਿਆਰਾਂ ਨੂੰ ਰੱਖ ਕੇ, ਜੋ ਉਹਨਾਂ ਦੇ ਕੋਲ ਸਮਾਨ ਸੀਗਾ ਉਹਨੂੰ ਸਮਾਨ ਨੂੰ ਲਾ ਕੇ ਉਹ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਚੂਲੀ ਦੇ ਨਾਲ। ਤੇ ਵਿੱਚ ਉਹਨਾਂ ਦੇ ਵਿੱਚੋਂ 10,000 ਦੇ ਵਿੱਚੋਂ 300 ਸੈਨਿਕ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਆਪਣਾ ਸਮਾਨ ਨਹੀਂ ਲਾਇਆ। ਉਹਨਾਂ ਨੇ ਪਾਣੀ ਕਿੱਦਾਂ ਪੀਤਾ? ਜੀਭ ਦੇ ਨਾਲ, ਆਪਣੀ ਜੀਭ ਦੇ ਨਾਲ। ਜਿਸ ਤਰ੍ਹਾਂ ਕੁੱਤਾ ਚੱਟ ਕੇ ਪਾਣੀ ਪੀਂਦਾ ਆ, ਉਹਨਾਂ ਨੇ ਇਸ ਤਰ੍ਹਾਂ ਚੱਟ ਕੇ 300 ਸੈਨਿਕਾਂ ਨੇ ਪਾਣੀ ਪੀਤਾ। ਤਾਂ ਪਰਮੇਸ਼ਰ ਨੇ ਕੀ ਕਿਹਾ ਗਿਦੌਨ ਨੂੰ? ਕਹਿੰਦਾ ਤੂੰ ਕੀ ਕਰ, ਜਿਨ੍ਹਾਂ ਨੇ ਕੁੱਤੇ ਦੀ ਤਰ੍ਹਾਂ ਪਾਣੀ ਪੀਤਾ ਆ। ਜਦੋਂ ਅਸੀਂ 6 ਪੜ੍ਹਦੇ ਹਾਂ, ਉੱਥੇ ਲਿਖਿਆ ਵਾ 300 ਆਦਮੀਆਂ ਨੇ ਕੁੱਤੇ ਵਾਂਗ ਜੀਭ ਨਾਲ ਆਵਾਜ਼ ਕਰਕੇ ਪਾਣੀ ਪੀਤਾ, ਨਿਉ ਕੇ ਪਾਣੀ ਪੀਤਾ, ਡੀਂਗ ਲਾ ਕੇ ਪਾਣੀ ਪੀਤਾ। ਪ੍ਰਭੂ ਨੇ ਗਿਦੌਨ ਨੂੰ ਕਿਹਾ, ਮੈਂ ਇਹਨਾਂ 300 ਨਾਲ ਮਿਦਿਆਨੀ ਲੋਕਾਂ ਉੱਤੇ ਜਿੱਤ ਦੇਵਾਂਗਾ ਜਿਨ੍ਹਾਂ ਨੇ ਕੁੱਤੇ ਦੇ ਵਾਂਗ ਜੀਭ ਨਾਲ ਆਵਾਜ਼ ਕਰਕੇ ਪਾਣੀ ਪੀਤਾ ਹੈ। ਤੂੰ ਬਾਕੀ ਦੇ ਸਭ ਲੋਕਾਂ ਨੂੰ ਵਾਪਸ ਘੱਲ ਦੇ। ਪਰਮੇਸ਼ਰ ਕੀ ਕਹਿੰਦਾ? ਇਸ ਜਿਹੜੇ 9,700 ਲੋਕ ਹੈ, ਕੀ ਕਰ ਇਹਨਾਂ ਨੂੰ ਵਾਪਸ ਘੱਲ, ਮੈਂ ਸਿਰਫ ਤੈਨੂੰ 300 ਦੇ ਨਾਲ ਜਿੱਤ ਦੇਵਾਂਗਾ। ਉਹ 300 ਦੇ ਵਿੱਚ ਕੀ ਖੂਬੀ ਸੀਗੀ? ਪਰਮੇਸ਼ਰ ਨੇ ਕੀ ਖੂਬੀ ਦੇਖੀ? ਕਿਉਂਕਿ ਉਹ ਚੌਕਸ ਸੀਗੇ ਆਪਣੇ ਦੁਸ਼ਮਣ ਦੇ ਪ੍ਰਤੀ, ਐਨਮੀ ਦੇ ਪ੍ਰਤੀ ਸੁਚੇਤ ਸੀਗੇ, ਤੇ ਉਹ ਲੜਨ ਦੇ ਲਈ ਆਏ ਸੀਗੇ, ਪੂਰੀ ਤਿਆਰੀ ਦੇ ਵਿੱਚ ਸੀਗੇ। ਉਹਨਾਂ ਨੇ ਪਾਣੀ ਪੀਣ ਲੱਗੇ ਆਪਣੇ ਹਥਿਆਰ ਲਾ ਕੇ ਨਹੀਂ ਰੱਖੇ, ਨਹੀਂ, ਤੇ ਬਾਕੀਆਂ ਨੇ ਲਾ ਤੇ। ਪਰਮੇਸ਼ਰ ਨੇ ਕੀ ਕਿਹਾ? ਕਹਿੰਦਾ ਮੈਂ 32,000 ਦੇ ਨਾਲ ਨਹੀਂ, ਬਲਕਿ 32,000 ਦੇ ਵਿੱਚੋਂ 300 ਲੋਕਾਂ ਦੇ ਨਾਲ ਕੀ ਕਰਾਂਗਾ? ਤੈਨੂੰ ਮੈਂ ਜਿੱਤ ਦੇਵਾਂਗਾ। ਜਦੋਂ ਜਿਹੜਾ ਗਿਦੌਨ ਹੈ, ਜੋ ਮਿਦਿਆਨੀ ਲੋਕ ਸੀਗੇ, ਉਹ ਗਿਣਤੀ ਦੇ ਵਿੱਚ ਬਹੁਤ ਸੀਗੇ, ਉਹ 300 ਦੇ ਮੁਕਾਬਲੇ ਬਹੁਤ ਸੀਗੇ। ਇੰਨੇ ਲੋਕ ਸੀਗੇ ਕਿ 300 ਲੋਕ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਸੀਗੇ। ਪਰਮੇਸ਼ਰ ਨੇ ਕੀ ਕਿਹਾ? ਤੂੰ ਨਾ ਡਰ, ਨਾ ਘਬਰਾ। ਜੇ ਤੂੰ ਡਰਦਾ ਆ, ਪਰਮੇਸ਼ਰ ਨੇ ਕਿਹਾ, ਕਹਿੰਦਾ ਐਂ ਕਰ, ਆਪਣੇ ਜਿਹੜਾ ਐਨਮੀ ਆ ਉਹਨਾਂ ਦੇ ਕੈਂਪ ਵੱਲ ਜਾ। ਜਦੋਂ ਪਰਮੇਸ਼ਰ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੈਂਪ ਵੱਲ ਗਿਆ, ਤਾਂ ਪਰਮੇਸ਼ਰ ਨੇ ਉਹ ਜਿਹੜੇ ਉੱਥੇ ਦੋ ਸੈਨਿਕ ਸੀਗੇ, ਉਹਨਾਂ ਦੇ ਸੈਨਿਕ ਆਪਸ ਵਿੱਚ ਗੱਲਬਾਤ ਕਰ ਰਹੇ ਸੀਗੇ। ਕਹਿੰਦਾ ਕੀ ਅਸੀਂ ਦੇਖ ਰਹੇ ਹਾਂ? ਕਹਿੰਦਾ ਇੱਕ ਇਨਸਾਨ ਕਹਿੰਦਾ ਮੈਨੂੰ ਰਾਤੀ ਸੁਪਨਾ ਆਇਆ, ਦਰਸ਼ਨ ਆਇਆ ਕਿ ਮੈਂ ਦਰਸ਼ਨ ਦੇ ਵਿੱਚ ਕੀ ਦੇਖ ਰਿਹਾ, ਇੱਕ ਜੌਆਂ ਦੀ ਰੋਟੀ ਸਾਡੇ ਤੰਬੂ ਦੇ ਨਾਲ ਟਕਰਾ ਗਈ, ਤੇ ਜਿਹੜਾ ਤੰਬੂ ਆ ਉਹ ਸਾਡਾ ਡੇਰਾ ਆ ਖਤਮ ਹੋ ਗਿਆ। ਤੇ ਉਸਦਾ ਜਿਹੜਾ ਦੂਸਰਾ ਨਾਲ ਸਿਪਾਹੀ ਸੀਗਾ, ਉਹ ਕੀ ਕਹਿੰਦਾ? ਕਹਿੰਦਾ ਇਹ ਗਿਦੌਨ ਦੀ ਤਲਵਾਰ ਹੈ, ਗਿਦੌਨ ਪਰਮੇਸ਼ਰ ਦੇ ਨਾਲ ਹੈ, ਪਰਮੇਸ਼ਰ ਗਿਦੌਨ ਦੇ ਨਾਲ ਹੈ, ਤੇ ਗਿਦੌਨ ਦੀ ਤਲਵਾਰ ਸਾਨੂੰ ਖਤਮ ਕਰਨ ਦੇ ਲਈ ਆ ਰਹੀ ਹੈ। ਕਹਿੰਦਾ ਇਹੀ ਆ, ਪਰਮੇਸ਼ਰ ਨੇ ਸਾਨੂੰ ਉਹਨਾਂ ਦੇ ਗਿਦੌਨ ਦੇ ਹੱਥੀਂ ਸੌਂਪ ਦਿੱਤਾ ਆ। ਇਹਦਾ ਮਤਲਬ ਹੈ ਕਿ ਅਸੀਂ ਨਾਸ਼ ਹੋਣ ਵਾਲੇ ਹਾਂ। ਦੇਖੋ, ਪਰਮੇਸ਼ਰ ਨੇ ਜਿਹੜੇ ਗਿਦੌਨ ਦੇ ਦੁਸ਼ਮਣ ਸੀਗੇ, ਪਰਮੇਸ਼ਰ ਦੇ ਲੋਕਾਂ ਦੇ ਦੁਸ਼ਮਣ ਸੀਗੇ, ਪਰਮੇਸ਼ਰ ਨੇ ਦੁਸ਼ਮਣਾਂ ਨੂੰ ਕੀ ਕਰ ਦਿੱਤਾ? ਡਰਾ ਦਿੱਤਾ। ਕਿੱਦਾਂ ਉਹਨਾਂ ਦੇ ਵਿੱਚ ਕਿੱਦਾਂ ਕੀਤਾ? ਉਹਨਾਂ ਨੂੰ ਸੁਪਨਿਆਂ ਦੇ ਦੁਆਰਾ ਦੱਸ ਦਿੱਤਾ ਕਿ ਤੁਸੀਂ ਹਾਰਨ ਵਾਲੇ ਹੋ। ਹਾਲੇਲੂਇਆ। ਪਰਮੇਸ਼ਰ ਕਿਉਂ ਕਰਦਾ ਇਹ ਸਭ? ਕਿਉਂ ਕੀਤਾ ਪਰਮੇਸ਼ਰ ਨੇ? ਕਿਉਂਕਿ ਪਰਮੇਸ਼ਰ ਕਹਿੰਦਾ ਨਾ ਤੋਂ ਬਲ ਸੇ ਨਾ ਸ਼ਕਤੀ ਸੇ। ਜਦੋਂ ਪਰਮੇਸ਼ਰ ਕੰਮ ਕਰੇਗਾ, ਤੁਹਾਨੂੰ ਕਿਸੇ ਇਨਸਾਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਪੈਸੇ ਦੀ ਲੋੜ ਨਹੀਂ ਪਏਗੀ, ਤੁਹਾਨੂੰ ਪਰਮੇਸ਼ਰ ਹਰ ਪਾਸਿਓਂ ਕਿਤੇ ਨਾ ਕਿਤੇ ਉਹ ਤੁਹਾਨੂੰ ਜਿੱਤ ਦੇਗਾ। ਕਿੱਦਾਂ ਦੇਗਾ? ਤੁਹਾਡੀ ਦਿਮਾਗ, ਸਾਡਾ ਬੁੱਧੀ, ਸਾਡਾ ਸਰੀਰਕ ਕੰਮ ਨਹੀਂ ਕਰ ਸਕਦਾ। ਪਰਮੇਸ਼ਰ ਦਾ ਜਿਹੜਾ ਕੰਮ ਹੈ ਉਹ ਸਾਡੀ ਬੁੱਧੀ ਨਾਲੋਂ ਕਿਤੇ ਵੱਧ ਕੇ ਆ। ਹਾਲੇਲੂਇਆ। ਤੁਸੀਂ ਆਪਣੇ ਦੁਸ਼ਮਣਾਂ ਉੱਤੇ ਜਿੱਤ ਪਾਓਗੇ। ਪ੍ਰਭੂ ਯਿਸੂ ਮਸੀਹ ਦਾ ਵਚਨ ਹੈ, ਕਹਿੰਦਾ ਤੁਸੀਂ ਜਿੱਤੇ ਹੋਇਆਂ ਦੇ ਨਾਲ ਵੱਧ ਕੇ ਹੋ। ਯਿਸੂ ਮਸੀਹ ਨੇ ਜਿੱਤ, ਸਾਨੂੰ ਆਪਣੀ ਜਿੱਤ ਦਿੱਤੀ ਆ। ਯਿਸੂ ਮਸੀਹ ਨੇ ਸ਼ੈਤਾਨ ਨੂੰ ਹਰਾ ਦਿੱਤਾ, ਇਨਸਾਨ ਦੀਆਂ ਸ਼ਕਤੀਆਂ ਨੂੰ, ਸ਼ੈਤਾਨ ਦੀਆਂ ਸ਼ਕਤੀਆਂ ਨੂੰ, ਸਾਰੀਆਂ ਜਿੰਨੀਆਂ ਵੀ ਇਸ ਸੰਸਾਰ ਦੇ ਵਿੱਚ ਸ਼ਕਤੀਆਂ ਕਰ ਰਹੀਆਂ, ਉਹਨਾਂ ਸ਼ਕਤੀਆਂ ਨੂੰ ਸਾਡੇ ਪੈਰਾਂ ਹੇਠ ਕਰ ਦਿੱਤਾ ਆ। ਹਾਲੇਲੂਇਆ। ਯਿਸੂ ਮਸੀਹ ਨੇ ਕਰੂਸ ਉੱਤੇ ਚੜ੍ਹ ਕੇ ਉਹਨੂੰ ਹਰਾ ਦਿੱਤਾ, ਉਸ ਸ਼ਕਤੀ ਨੂੰ ਜ਼ੀਰੋ ਕਰ ਦਿੱਤਾ ਆ। ਤੇ ਅਸੀਂ ਉਸ ਖੁਦਾ ਦੇ ਬੰਦੇ ਆ, ਅਸੀਂ ਉਸ ਪਰਮੇਸ਼ਰ ਦੇ ਲੋਕ ਆ ਜਿਹੜਾ ਜਿੰਦਾ ਪਰਮੇਸ਼ਰ ਆ। ਹਾਲੇਲੂਇਆ। ਤੇ ਪਰਮੇਸ਼ਰ ਨੇ 300 ਦੇ ਦੁਆਰਾ ਕੀ ਕੀਤਾ? ਉਹਨਾਂ ਨੂੰ ਜਿਹੜੇ ਗਿਦੌਨ ਦੇ ਦੁਸ਼ਮਣ ਸੀਗੇ, ਮਦੀਆਨੀ ਲੋਕ ਸੀਗੇ, ਉਹ ਗਿਣਤੀ ਦੇ ਵਿੱਚ ਇੰਨੇ ਸੀਗੇ ਕਿ ਉਹਨਾਂ ਦੀ ਗਿਣਤੀ ਕਰਨੀ ਕਠਿਨ ਸੀਗੀ। ਜਦੋਂ ਅਸੀਂ ਇਸ ਕਹਾਣੀ ਨੂੰ ਅੱਗੇ ਪੜ੍ਹਦੇ ਹਾਂ ਤੇ ਕਾਫੀ ਕਠਿਨ ਸੀਗੀ ਉਹਨਾਂ ਦੀ ਗਿਣਤੀ ਕਰਨੀ, ਬਹੁਤ ਸਾਰੇ ਲੋਕ ਸੀਗੇ। ਪਰਮੇਸ਼ਰ ਨੇ ਕੀ ਕੀਤਾ? ਉਹਨਾਂ ਦੇ ਦੁਸ਼ਮਣਾਂ ਨੂੰ ਆਪਸ ਵਿੱਚ ਲੜਾ ਦਿੱਤਾ। ਹਾਲੇਲੂਇਆ। ਤੁਹਾਡੇ ਦੁਸ਼ਮਣ ਆਪਸ ਵਿੱਚ ਲੜਨਗੇ, ਜੋ ਤੁਹਾਡੇ ਅੱਜ ਐਂਗੇਜਡ ਆ, ਤੁਹਾਡੇ ਵਿਰੋਧ ਦੇ ਵਿੱਚ ਆ, ਉਹ ਇੱਕ ਦਿਨ ਖੁਦ ਆਪਸ ਵਿੱਚ ਲੜ ਕੇ ਆਪਸ ਵਿੱਚ ਨਾਸ਼ ਹੋਣਗੇ। ਹਾਲੇਲੂਇਆ। ਪਰਮੇਸ਼ਰ ਨੇ ਕੀ ਕੀਤਾ? ਮਿਦਿਆਨੀ ਲੋਕਾਂ ਦੇ ਵਿੱਚ ਫੁੱਟ ਪਾ ਦਿੱਤੀ। ਮਿਦਿਆਨੀ ਲੋਕਾਂ ਨੇ ਕੀ ਕੀਤਾ? ਜੋ ਪਰਮੇਸ਼ਰ ਦੇ ਲੋਕਾਂ ਨੂੰ ਖਤਮ ਕਰਨ ਦੇ ਲਈ ਆਏ ਸੀਗੇ, ਉਹਨਾਂ ਨੇ ਆਪਣੇ ਹੀ ਆਪਸ ਵਿੱਚ ਫੁੱਟ ਪੈ ਗਈ। ਉਹ ਆਪਣੇ ਬੰਦਿਆਂ ਨੂੰ ਹੀ ਖਤਮ ਕਰਨਾ ਪਏ, ਆਪਣੇ ਬੰਦਿਆਂ ਉੱਤੇ ਕਿਰਪਾਨਾਂ ਚਲਾਉਣਾ ਪਏ, ਆਪਣੇ ਬੰਦਿਆਂ ਉੱਤੇ ਹਮਲਾ ਕਰਨਾ ਪਏ। ਇਸ ਤਰ੍ਹਾਂ ਉਹ ਜਿਹੜੇ ਮਿਦਿਆਨੀ ਲੋਕ ਸੀਗੇ ਉਹ ਹਾਰ ਗਏ। ਹਾਲੇਲੂਇਆ। ਪਰਮੇਸ਼ਰ ਨੇ ਗਿਦੌਨ ਨੂੰ ਜਿੱਤ ਦਿੱਤੀ 300 ਦੇ ਦੁਆਰਾ। ਆਮੀਨ। 300 ਦੇ ਦੁਆਰਾ।
ਮੈਂ ਕਹਿਣਾ ਚਾਹੁੰਦਾ ਹਾਂ, ਬੇਸ਼ੱਕ ਤੁਸੀਂ ਥੋੜ੍ਹੇ ਹੋ, ਬੇਸ਼ੱਕ ਤੁਸੀਂ ਇਕੱਲੇ ਹੋ, ਪਰਮੇਸ਼ਰ ਤੁਹਾਡੇ ਨਾਲ ਹੈ। ਪੂਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਪੂਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ। ਉਹ ਜਨਰੇਟ, ਓਪਰੇਟ ਅਤੇ ਡਿਸਟਰੋਏ ਕਰਨ ਦੀ ਸਾਮਰਥ ਰੱਖਦਾ ਆ। ਜਨਰੇਟ ਦਾ ਮਤਲਬ ਬਣਾਉਣਾ, ਓਪਰੇਟ ਦਾ ਮਤਲਬ ਚਲਾਉਣਾ, ਡਿਸਟਰੋਏ ਦਾ ਮਤਲਬ ਖਤਮ ਕਰਨਾ। ਉਹ ਕਿਸੇ ਵੀ ਚੀਜ਼ ਨੂੰ ਪੈਦਾ ਕਰ ਸਕਦਾ ਆ, ਉਸ ਨੂੰ ਚਲਾ ਸਕਦਾ ਆ, ਉਸ ਨੂੰ ਖਤਮ ਕਰ ਸਕਦਾ ਆ। ਉਹ ਸੁਪਰ ਨੈਚੁਰਲ ਹੈ। ਉਹ ਸਾਡੀ ਸੋਚ ਨਾਲੋਂ, ਸਾਡੀ ਬੁੱਧੀ ਦੇ ਨਾਲੋਂ ਕਿਤੇ ਵੱਧ ਕੇ ਕੰਮ ਕਰ ਸਕਦਾ ਆ। ਤਾਂ ਹੀ ਪਰਮੇਸ਼ਰ ਕਿਆ ਕਹਿੰਦਾ, ਨਾ ਤੋਂ ਬਲ ਸੇ, ਸਾਡੇ ਬਲ ਦੇ ਨਾਲ ਕੁਝ ਨਹੀਂ ਹੋ ਸਕਦਾ, ਸਾਡੀ ਸ਼ਕਤੀ ਦੇ ਨਾਲ ਅਸੀਂ ਬੜਾ ਪ੍ਰਯਾਸ ਕਰਦੇ ਹਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ। ਪਰ ਜਦੋਂ ਪਰਮੇਸ਼ਰ ਦਾ ਆਤਮਾ, ਪਵਿੱਤਰ ਆਤਮਾ ਜੋ ਪੈਂਟੀਕੋਸਟ ਵਾਲੇ ਦਿਨ ਉੜੇਲਿਆ ਗਿਆ, ਅਗਰ ਉਹ ਤੁਹਾਡੇ ਅੰਦਰ ਹੈ, ਤੁਹਾਡੇ ਨਾਲ ਹੈ, ਤੁਸੀਂ ਆਪਣੇ ਦੁਸ਼ਮਣਾਂ ਉੱਤੇ ਜਿੱਤ ਪਾ ਚੁੱਕੇ ਆ। ਆਮੀਨ। ਤੁਸੀਂ ਆਪਣੇ ਦੁਸ਼ਮਣਾਂ ਉੱਤੇ ਜਿੱਤ ਪਾ ਚੁੱਕੇ ਆ। ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ। ਤੁਹਾਡੇ ਦੁਸ਼ਮਣ ਆ ਸਕਦੇ ਆ, ਹਮਲਾ ਕਰ ਸਕਦੇ ਆ, ਪਰ 7 ਮਾਰਗਾਂ ਦੇ ਵਿੱਚੋਂ ਉਹ ਜਾਣ ਵਾਲੇ ਆ। ਇਸ ਗੱਲ ਨੂੰ ਯਾਦ ਰੱਖਣਾ। ਉਹ ਜ਼ਿਆਦਾਤਰ ਖੜਨ ਵਾਲੇ ਨਹੀਂ, ਟਿਕਣ ਵਾਲੇ ਨਹੀਂ। ਉਹ ਆਪਸ ਵਿੱਚ ਉਹਨਾਂ ਦੇ ਫੁੱਟ ਪੈ ਜਾਏਗੀ, ਉਹ ਤੁਹਾਡੇ ਮੂਹਰੇ ਟਿਕ ਨਹੀਂ ਸਕਣਗੇ। ਆਮੀਨ। ਜਦੋਂ ਪਰਮੇਸ਼ਰ ਦਾ ਆਤਮਾ, ਪਰਮੇਸ਼ਰ ਦੀ ਸਾਮਰਥ ਦੁਆਰਾ ਸਾਰਾ ਕੁਝ ਹੋਏਗਾ। ਹਾਲੇਲੂਇਆ। ਇੱਕ ਮੈਂ ਵਚਨ ਹੋਰ ਪੜਾਂਗਾ ਤੁਹਾਡੇ ਲਈ, ਭਜਨ ਸਹਾਇਤਾ ਉਹਦਾ 46ਵਾਂ ਅਧਿਆਇ ਉਹਦੀ 1 ਆਇਤ ਪੜਾਂਗੇ। परमेश्वर हमारा शरणस्थान और बल है, संकट में अति सहज से मिलने वाला सहायक है। परमेश्वर हमारा शरण स्थान, शरण स्थान का मतलब कहता लुकण की थां। एक इंसान काम करन दे लई घरों निकलदा है ते शाम नूं जो थक जांदा काम उत्ते ते आराम करन दे लई कित्थे आंदा? वो अपने घर दे विच आंदा है। घरे आके आराम करदा, वो बिस्तरे उत्ते लेटदा है, सौंदा है। परमेश्वर भी साडा शरण स्थान है, आराम करन दा थां आ। जदों असीं थक जांदे आ, सानूं कित्थे आना चाहीदा? परमेश्वर दे कोल। जदों असीं अक जांदे आ, सानूं कित्थे आना चाहीदा? परमेश्वर दे कोल। परमेश्वर साडा शरण स्थान है। असीं जदों असीं शरण दे विच आने आ, आराम पांदे। जदों असीं अपने घर दे विच आने आ, की करदे आ? अपने बिस्तरे उत्ते आ जांदे आ, संसार दे काम करके थक हार के आराम पांदे आ। इसे तरह जदों असीं परमेश्वर दे कोल आने आ, आराम पांदे आ। हालेलुया। परमेश्वर हमारा शरण स्थान और बल, ताकत, पावर, स्ट्रेंथ है परमेश्वर साडी। आमीन। परमेश्वर साडी ताकत है, वो साडा बल है, वो साडी ढाल है। उस संकट दे विच साडी मदद करने वाला परमेश्वर है, जिस तरह उन्हें गिदौन दी कीती। आमीन। परमेश्वर साडे नाल है, सानू डरन की जरूरत नहीं। साडे दुश्मन चाहे कोई भी जी हो सकते, चाहे असी सानू डरन की जरूरत नहीं। अज शैतान दे कोलों, शैतान दीआं पावरां दे कोलों, शैतान दीआं चालां दे कोलों सानू डरन की जरूरत नहीं, बल्कि परमेश्वर दे शरण स्थान दे विच आउण दी जरूरत है। जदों तुसीं शरण स्थान दे विच आओगे, आराम पाओगे। आराम पाउण दा मतलब की आ? जित पाओगे, जित पाओगे। आमीन। परमेश्वर के नज़दीक रहना। जो भी किहो जी परिस्थिति आ जाए, किहो जे हालात आ जाए, परमेश्वर के नज़दीक रहना, उसके शरण स्थान दे विच रहना, उसके वचन नूं स्मरण करना, उसके वचन नूं याद करना। आमीन। परमेश्वर इन्हां सारियां गल्लां उत्ते आशीष देवे। पर सारिआं नूं जय मसीह दी। गॉड ब्लैस यू।